सत श्री अकाल। खबरां दे इस बुलेटिन विच तुहाडा स्वागत है। शुरुआत हैडलाइनस दे नाल करांगे। ਭਾਰਤ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਕੈਨੇਡਾ ਹਾਈ ਕਮਿਸ਼ਨ ਨੇ ਜੋ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ ਉਸ ਦੇ ਬਾਰੇ ਦੱਸਾਂਗੇ। ਵਿਜ਼ਿਟਰ ਵੀਜ਼ਾ ਦੇ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ ਇੱਕ ਐਲਾਨ ਕੀਤਾ। ਕੈਨੇਡਾ ਵਿੱਚ ਦਾਖਲ ਹੋਣ ਵਾਲਿਆਂ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ। ਦੱਸਾਂਗੇ ਕੀ ਕਿਹਾ। ਜਸਟਿਨ ਟਰੂਡੋ ਤੇ ਰੋੜੀਆਂ ਸੁੱਟਣ ਦੇ ਮਾਮਲੇ ਵਿੱਚ ਕਿਹੜੀ ਪਾਰਟੀ ਨੇ ਆਪਣੇ ਇੱਕ ਮੈਂਬਰ ਨੂੰ ਉਸ ਦੇ ਅਹੁਦੇ ਤੋਂ ਹੀ ਹਟਾ ਦਿੱਤਾ, ਇਸ ਦੇ ਬਾਰੇ ਦੇਵਾਂਗੇ ਜਾਣਕਾਰੀ। ਕੈਨੇਡਾ ਵਿੱਚ ਪ੍ਰਧਾਨ ਮੰਤਰੀ ਉਮੀਦਵਾਰਾਂ ਦੀ ਬਹਿਸ ਹੋਈ। ਅੱਜ ਉਸ ਦੇ ਵਿੱਚ ਕਿਹੜੇ ਵਿਸ਼ੇਸ਼ ਮੁੱਦਿਆਂ ਦੇ ਉੱਤੇ ਬਹਿਸ ਹੋਈ ਹੈ, ਪੰਜਾਬੀ ਵਿੱਚ ਦੱਸਾਂਗੇ। ਬਰੈਂਪਟਨ ਵਿੱਚ ਇੱਕ ਡਰਾਈਵਰ ਸਕੂਲ ਜ਼ੋਨ ਦੇ ਅੰਦਰ ਚਲਾ ਰਿਹਾ ਸੀ 129 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਗੱਡੀ। ਇਸ ਤਰ੍ਹਾਂ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜਾਣਕਾਰੀ ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਹੈ ਜਿਹੜੇ ਕਿ ਕੈਨੇਡਾ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਤੇ ਉਹਨਾਂ ਨੇ ਸਟੱਡੀ ਪਰਮਿਟ ਦੇ ਵਾਸਤੇ ਅਪਲਾਈ ਕੀਤਾ ਹੋਇਆ ਹੈ ਤੇ ਜਾਂ ਵੀਜ਼ਾ ਅਪਲਾਈ ਕੀਤਾ ਹੋਇਆ ਹੈ ਤੇ ਉਹਨਾਂ ਨੂੰ ਕੋਈ ਜਵਾਬ ਫਿਲਹਾਲ ਨਹੀਂ ਆ ਰਿਹਾ ਤੇ ਫਾਲ ਤੋਂ ਉਹਨਾਂ ਦਾ ਸਮੈਸਟਰ ਸ਼ੁਰੂ ਹੋਣ ਵਾਲਾ ਹੈ। ਤਾਂ ਇਸ ਦੇ ਬਾਰੇ ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਜਾਣਕਾਰੀ ਜਾਰੀ ਕੀਤੀ ਹੈ, ਜਿਸ ਦੇ ਵਿੱਚ ਹਾਈ ਕਮਿਸ਼ਨ ਆਫ ਕੈਨੇਡਾ ਨੇ ਭਾਰਤ ਵਿੱਚ ਕਿਹਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਦੇ ਫਾਲ ਤੋਂ ਸਮੈਸਟਰ ਸ਼ੁਰੂ ਹੋਣ ਵਾਲੇ ਯਾਨੀ ਕਿ ਪੜ੍ਹਾਈ ਸ਼ੁਰੂ ਹੋਣ ਵਾਲੀ ਹੈ ਪਰ ਹਜੇ ਤੱਕ ਉਹਨਾਂ ਦਾ ਵੀਜ਼ਾ ਨਹੀਂ ਆਇਆ, ਤਾਂ ਉਹ ਜਿਹੜੇ ਵੀ DLI ਇੰਸਟੀਟਿਊਸ਼ਨ ਨੇ ਯਾਨੀ ਕਿ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਉਹਨਾਂ ਦੇ ਵਿੱਚ ਜੇਕਰ ਉਹਨਾਂ ਨੇ ਦਾਖਲਾ ਲਿਆ ਹੈ ਤਾਂ ਉਹ ਆਨਲਾਈਨ ਹੀ ਪੜ੍ਹਾਈ ਸ਼ੁਰੂ ਕਰ ਸਕਦੇ ਨੇ। ਯਾਨੀ ਕਿ ਫਾਲ ਦੇ ਸਮੈਸਟਰ ਦੇ ਵਾਸਤੇ ਉਹ ਉੱਥੇ ਹੀ ਭਾਰਤ ਵਿੱਚ ਬੈਠ ਕੇ ਹੀ ਆਪਣੀ ਪੜ੍ਹਾਈ ਸ਼ੁਰੂ ਕਰ ਸਕਦੇ ਨੇ ਤੇ ਜਿਵੇਂ ਹੀ ਅੱਗੇ ਸਟੱਡੀ ਪਰਮਿਟ ਤੇ ਵੀਜ਼ਾ ਉਹਨਾਂ ਦਾ ਆ ਜਾਂਦਾ ਹੈ ਤਾਂ ਅੱਗੇ ਦੀ ਜਿਹੜੀ ਪ੍ਰਕਿਰਿਆ ਹੈ ਉਹ ਚੱਲਦੀ ਹੈ ਤਾਂ ਉਹ ਕੈਨੇਡਾ ਆ ਕੇ ਬਾਕੀ ਦੀ ਪੜ੍ਹਾਈ ਕਰ ਸਕਦੇ ਨੇ। ਜਿਸ ਲਈ ਇਹ ਵੀ ਜ਼ਰੂਰੀ ਹੋਵੇਗਾ ਕਿ ਤੁਸੀਂ ਆਪਣੇ ਕਾਲਜ ਜਾਂ ਯੂਨੀਵਰਸਿਟੀ ਨਾਲ ਸੰਪਰਕ ਕਰੋ ਕਿ ਉਹ ਜਿਹੜੀ ਪੜ੍ਹਾਈ ਕਰਾ ਰਹੇ ਨੇ ਉਹ ਆਨਲਾਈਨ ਹੁੰਦੀ ਵੀ ਹੈ ਜਾਂ ਨਹੀਂ। ਜੇਕਰ ਉਹ ਪੜ੍ਹਾਈ ਆਨਲਾਈਨ ਹੁੰਦੀ ਹੈ ਤਾਂ ਤੁਸੀਂ ਆਨਲਾਈਨ ਪੜ੍ਹਾਈ ਕਰ ਸਕਦੇ ਹੋ, ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਵੀ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਫਿਕਰ ਕਰਨ ਦੀ ਲੋੜ ਨਹੀਂ ਹੈ ਕਿ ਤੁਹਾਡੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਉੱਤੇ ਇਸ ਦਾ ਕੋਈ ਅਸਰ ਪਵੇਗਾ ਜਾਂ ਅੱਗੇ ਜਾ ਕੇ ਇਮੀਗ੍ਰੇਸ਼ਨ ਦੇ ਕੰਮ ਦੇ ਉੱਤੇ ਇਸ ਦਾ ਕੋਈ ਅਸਰ ਪਵੇਗਾ। ਅਜਿਹਾ ਨਹੀਂ ਹੈ, ਜਿਸ ਦੇ ਬਾਰੇ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਸ ਮੌਕੇ ਖਾਸ ਇਸ ਦੇ ਬਾਰੇ ਦੱਸਿਆ ਗਿਆ ਹੈ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਅੱਗੇ ਇਮੀਗ੍ਰੇਸ਼ਨ ਦਾ ਕੰਮ ਤੁਸੀਂ ਉਸੇ ਤਰ੍ਹਾਂ ਕਰਵਾ ਸਕੋਗੇ ਜਿਵੇਂ ਉਹਨਾਂ ਵਿਦਿਆਰਥੀਆਂ ਦਾ ਹੁੰਦਾ ਜਿਹੜੇ ਕਿ ਕੈਨੇਡਾ ਵਿੱਚ ਆ ਕੇ ਪੜ੍ਹਾਈ ਕਰਦੇ ਨੇ ਤੇ ਜਿੰਨੀ ਵੀ ਪੜ੍ਹਾਈ ਤੁਸੀਂ ਭਾਰਤ ਵਿੱਚ ਬੈਠ ਕੇ ਕਰਦੇ ਹੋ ਤੇ ਬਾਕੀ ਦੀ ਪੜ੍ਹਾਈ ਜਦੋਂ ਤੱਕ ਤੁਹਾਡਾ ਸਟੱਡੀ ਪਰਮਿਟ ਤੇ ਵੀਜ਼ਾ ਆ ਜਾਂਦਾ ਹੈ ਤੇ ਕੈਨੇਡਾ ਦੇ ਵਿੱਚ ਪਹੁੰਚ ਕੇ ਫਿਰ ਅੱਗੇ ਜਾਰੀ ਰੱਖ ਸਕਦੇ ਹੋ। ਇਸ ਛੋਟ ਦੇ ਬਾਰੇ ਜਦੋਂ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਸੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਸੰਬਰ 2021 ਤੱਕ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਇਹ ਛੋਟ ਦਿੱਤੀ ਗਈ ਹੈ ਕਿ ਉਹ ਆਨਲਾਈਨ ਪੜ੍ਹਾਈ ਕਰ ਸਕਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ ਵੀ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਉੱਤੇ ਇਸ ਦਾ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਇਮੀਗ੍ਰੇਸ਼ਨ ਵਿਭਾਗ ਨੇ ਜਿਹੜੀ ਹੋਰ ਇੱਕ ਅੱਜ ਨਵੀਂ ਜਾਣਕਾਰੀ ਜਾਰੀ ਕੀਤੀ ਸੀ ਉਸ ਦੇ ਬਾਰੇ ਅਸੀਂ ਇੱਕ ਖਾਸ ਰਿਪੋਰਟ ਪਹਿਲਾਂ ਤੁਹਾਨੂੰ PNCN ਦੇ ਉੱਤੇ ਦਿਖਾ ਚੁੱਕੇ ਹਾਂ ਕਿ ਵਿਜ਼ਿਟਰ ਵੀਜ਼ਾ ਦੇ ਵਾਸਤੇ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਹੋਇਆ ਹੈ ਕਿ ਇਸ ਦੇ ਵਿੱਚ ਕਈ ਸਵਾਲ ਵੀ ਸਾਹਮਣੇ ਆਏ ਨੇ ਹੁਣ ਕਿ ਜਿਨ੍ਹਾਂ ਨੇ ਪਿਛਲੇ ਸਾਲ ਤੋਂ ਵੀ ਅਪਲਾਈ ਕੀਤਾ ਹੋਇਆ ਪਰ ਹਜੇ ਤੱਕ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ। ਉਸ ਦੇ ਵਾਸਤੇ ਵੀ ਇਹੋ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੇ ਜਿਵੇਂ ਕਿ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਦੁਬਾਰਾ ਤੋਂ ਅਪਲਾਈ ਕਰ ਸਕਦੇ ਹੋ, ਨਵੇਂ ਸਿਰਿਓਂ ਪੂਰੀ ਫਾਈਲ ਤੁਸੀਂ ਲਗਾ ਸਕਦੇ ਹੋ। ਜਿਸ ਦੇ ਵਿੱਚ ਹੋਰ ਜ਼ਿਆਦਾ ਜਾਣਕਾਰੀ ਤੁਸੀਂ ਲੈਣੀ ਹੋਵੇ ਤਾਂ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦਾ ਲਿੰਕ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਰਹੇ ਹਾਂ। ਅਗਲੀ ਖਬਰ ਹੈ ਕਿ ਕੈਨੇਡਾ ਬਾਰਡਰ ਸਰਵਿਸਿਜ਼ ਅਧਿਕਾਰੀਆਂ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ। ਖਾਸ ਤੌਰ ਦੇ ਉੱਤੇ ਸਤੰਬਰ 7 ਤੋਂ ਅਜਿਹਾ ਹੋਇਆ ਹੈ ਕਿ ਬਾਰਡਰਸ ਦੇ ਉੱਤੇ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਯਾਤਰੀ ਪਹੁੰਚ ਰਹੇ ਨੇ ਜਿਹੜੇ ਕਿ ਕੈਨੇਡਾ ਵਿੱਚ ਜਦੋਂ ਦਾਖਲ ਹੁੰਦੇ ਨੇ ਤਾਂ ਉਸ ਮੌਕੇ ਬਾਰਡਰ ਦੇ ਉੱਤੇ ਉਹਨਾਂ ਨੂੰ ਕਾਫੀ ਜ਼ਿਆਦਾ ਐਂਟਰੀ ਦੌਰਾਨ ਸਮਾਂ ਲੱਗ ਜਾਂਦਾ ਹੈ, ਜਿਸ ਸਮੇਂ ਨੂੰ ਘੱਟ ਕਰਨ ਦੇ ਵਾਸਤੇ ਪਹਿਲਾਂ ਹੀ ਸਾਰੇ ਯਾਤਰੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਅਰਾਈਵ ਕੈਨ ਐਪਲੀਕੇਸ਼ਨ ਦੇ ਵਿੱਚ ਸਾਰੀ ਜਾਣਕਾਰੀ ਨੂੰ ਭਰ ਦੇਵੋ। ਜਿਸ ਦੇ ਵਾਸਤੇ ਕਈ ਯਾਤਰੀ ਅਜਿਹੇ ਨੇ ਜਿਹੜੇ ਕਿ ਜਾਂ ਫਿਰ ਲੈਂਡ ਬਾਰਡਰ ਦੇ ਰਾਹੀਂ ਜਾਂ ਫਿਰ ਹਵਾਈ ਸਫ਼ਰ ਕਰਕੇ ਕੈਨੇਡਾ ਵਿੱਚ ਜਦੋਂ ਦਾਖਲ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਅਰਾਈਵ ਕੈਨ ਐਪਲੀਕੇਸ਼ਨ ਨੂੰ ਪਹਿਲਾਂ ਭਰਿਆ ਨਹੀਂ ਗਿਆ ਹੁੰਦਾ, ਜਿਸ ਕਰਕੇ ਉੱਥੇ ਜ਼ਿਆਦਾ ਸਮਾਂ ਲੱਗ ਜਾਂਦਾ ਹੈ, ਹੋਰ ਲੰਮੀਆਂ ਕਤਾਰਾਂ ਲੱਗਦੀਆਂ ਨੇ ਤੇ ਸਾਰੇ ਹੀ ਯਾਤਰੀਆਂ ਦੇ ਉੱਤੇ ਇਸ ਦਾ ਪ੍ਰਭਾਵ ਪੈਂਦਾ ਤੇ ਅਜਿਹਾ ਨਾ ਹੋਵੇ, ਜ਼ਿਆਦਾ ਸਮਾਂ ਇਸ ਦੇ ਵਾਸਤੇ 에ਅਰਪੋਰਟ ਜਾਂ ਫਿਰ ਲੈਂਡ ਬਾਰਡਰਸ ਦੇ ਉੱਤੇ ਨਾ ਲੱਗੇ। ਕੈਨੇਡਾ ਬਾਰਡਰ ਸਰਵਿਸਿਜ਼ ਅਧਿਕਾਰੀਆਂ ਨੇ ਕਿਹਾ ਕਿ ਤੁਸੀਂ ਅਰਾਈਵ ਕੈਨ ਐਪਲੀਕੇਸ਼ਨ ਜੋ ਕਿ ਆਪਣੇ ਕਿਸੇ ਵੀ ਜਿਹੜਾ ਤੁਹਾਡੇ ਕੋਲ ਸਮਾਰਟਫੋਨ ਹੋਵੇ ਉਸ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਤੇ ਉਸ ਦੇ ਵਿੱਚ ਪੂਰੀ ਜਾਣਕਾਰੀ ਭਰ ਕੇ ਲਿਆਂਦੀ ਜਾਵੇ। ਇਸ ਬਾਰੇ ਜਾਣਕਾਰੀ ਤੁਸੀਂ ਅੱਗੇ ਆਪਣੇ ਦੋਸਤਾਂ ਨੂੰ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਦੇ ਸਕਦੇ ਹੋ ਜੇਕਰ ਉਹ ਕੈਨੇਡਾ ਆਉਣ ਦੀ ਤਿਆਰੀ ਦੇ ਵਿੱਚ ਨੇ।
ਇਸ ਦੇ ਨਾਲ ਹੀ ਅਗਲੀ ਖਬਰ ਹੈ ਕਿ ਜਿਵੇਂ ਤੁਹਾਨੂੰ ਪਹਿਲਾਂ ਅਸੀਂ ਦਿਖਾਇਆ ਸੀ, ਜਸਟਿਨ ਟਰੂਡੋ ਦੇ ਉੱਤੇ ਓਨਟਾਰੀਓ ਦੇ ਲੰਡਨ ਵਿੱਚ ਰੋੜੀਆਂ ਮਾਰੀਆਂ ਗਈਆਂ ਸਨ ਪ੍ਰਦਰਸ਼ਨਕਾਰੀਆਂ ਦੇ ਵੱਲੋਂ, ਜਿਸ ਤੋਂ ਬਾਅਦ ਪੀਪਲਸ ਪਾਰਟੀ ਆਫ ਕੈਨੇਡਾ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਸ ਖੇਤਰ ਦੇ ਵਿੱਚ ਜਸਟਿਨ ਟਰੂਡੋ ਦੇ ਉੱਤੇ ਰੋੜੀਆਂ ਮਾਰੀਆਂ ਗਈਆਂ ਸਨ, ਉਸ ਖੇਤਰ ਤੋਂ ਪੀਪਲਸ ਪਾਰਟੀ ਆਫ ਕੈਨੇਡਾ ਦੇ ਵੱਲੋਂ ਪ੍ਰਧਾਨ ਸ਼ੇਨ ਮਾਰਸ਼ਲ ਉਹਨਾਂ ਨੂੰ ਉਹਨਾਂ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਉਸ ਦੇ ਵਿੱਚ ਸ਼ੇਨ ਮਾਰਸ਼ਲ ਨੂੰ ਦੇਖਿਆ ਗਿਆ ਜਿਹਾ ਦਾਅਵਾ ਕੀਤਾ ਗਿਆ, ਜਿਸ ਤੋਂ ਬਾਅਦ ਜਾਂਚ ਕੀਤੇ ਜਾਣ ਤੋਂ ਬਾਅਦ ਪਾਰਟੀ ਨੇ ਇਹ ਫੈਸਲਾ ਲਿਆ ਕਿ ਪ੍ਰਧਾਨ ਦੇ ਅਹੁਦੇ ਤੋਂ ਸ਼ੇਨ ਮਾਰਸ਼ਲ ਨੂੰ ਹਟਾ ਦਿੱਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਦੇ ਜਦੋਂ ਰੋੜੀਆਂ ਮਾਰੀਆਂ ਗਈਆਂ ਸੀ ਤਾਂ ਜਿੰਨੀਆਂ ਵੀ ਫੈਡਰਲ ਪਾਰਟੀਆਂ ਨੇ ਉਹਨਾਂ ਨੇ ਇਸ ਵਤੀਰੇ ਦੀ ਨਿਖੇਧੀ ਕੀਤੀ ਸੀ ਤੇ ਹੁਣ ਜਿਵੇਂ ਕਿ ਪਹਿਲਾਂ ਲਿਬਰਲ ਪਾਰਟੀ ਨੇ, ਕਿਉਂਕਿ ਜਸਟਿਨ ਟਰੂਡੋ ਨੇ ਕਹਿ ਦਿੱਤਾ ਸੀ ਕਿ ਆਰਸੀਐਮਪੀ ਦੇ ਉੱਤੇ ਇਸ ਮਾਮਲੇ ਨੂੰ ਛੱਡਦੇ ਨੇ ਕਿ ਉਹ ਜਾਂਚ ਕਰ ਰਹੇ ਨੇ, ਤਾਂ ਉਧਰ ਪੀਪਲਸ ਪਾਰਟੀ ਆਫ ਕੈਨੇਡਾ ਨੇ ਵੀ ਇਹ ਕਿਹਾ ਕਿ ਪੁਲਿਸ ਦੇ ਉੱਤੇ ਉਹ ਇਸ ਮਾਮਲੇ ਨੂੰ ਛੱਡਦੇ ਨੇ ਕਿ ਪੁਲਿਸ ਆਪਣੇ ਪੱਧਰ ਦੇ ਉੱਤੇ ਇਸ ਮਾਮਲੇ ਦੀ ਜਿਵੇਂ ਵੀ ਜਾਂਚ ਕਰੇਗੀ, ਅੱਗੇ ਉਹ ਸਹਿਯੋਗ ਦੇਣਗੇ। ਅੱਗੇ ਜਿਵੇਂ ਕਿ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਈਆਂ ਸੀ, ਡਿਬੇਟ ਫੈਡਰਲ ਲੀਡਰਸ ਦੀ ਹੋਈ ਹੈ ਜਿਸ ਦੇ ਵਿੱਚ ਲਿਬਰਲ ਪਾਰਟੀ, ਐਨਡੀਪੀ ਪਾਰਟੀ, ਕੰਜ਼ਰਵੇਟਿਵ ਪਾਰਟੀ, ਗ੍ਰੀਨ ਪਾਰਟੀ ਤੇ ਬਲਾਕ ਕਿਊਬੈਕ ਪਾਰਟੀ, ਇਹਨਾਂ ਪਾਰਟੀਆਂ ਦੇ ਲੀਡਰਾਂ ਨੇ ਵੱਖੋ ਵੱਖਰੇ ਮੁੱਦਿਆਂ ਦੇ ਉੱਤੇ ਆਪੋ ਆਪਣੇ ਵਿਚਾਰ ਦਿੱਤੇ ਨੇ। ਕਈ ਵਿਸ਼ੇਸ਼ ਮੁੱਦਿਆਂ ਦੇ ਉੱਤੇ ਬਹਿਸ ਹੋਈ ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਸਭ ਤੋਂ ਪਹਿਲਾਂ ਜਿਹੜਾ ਜ਼ਿਕਰ ਹੋਇਆ ਉਹ ਅਫਗਾਨਿਸਤਾਨ ਦੇ ਵਿੱਚ ਜੋ ਇਸ ਸਮੇਂ ਹਾਲਾਤ ਨੇ, ਕਈ ਕੈਨੇਡਾ ਵਾਸੀ ਉੱਥੇ ਮੌਜੂਦ ਸਨ। 43 ਕੈਨੇਡਾ ਵਾਸੀਆਂ ਦਾ ਜਹਾਜ਼ ਅੱਜ ਕੈਨੇਡਾ ਦੇ ਵਿੱਚ ਪਹੁੰਚ ਰਿਹਾ। ਇਸ ਦੇ ਬਾਰੇ ਵੀ ਜਿਹੜੀ ਜਾਣਕਾਰੀ ਤਾਜ਼ਾ ਸਾਹਮਣੇ ਆਈ ਉਹ ਵੀ ਡਿਬੇਟ ਦਾ ਹਿੱਸਾ ਰਹੀ ਕਿਉਂਕਿ ਇਸ ਸਮੇਂ ਕੰਜ਼ਰਵੇਟਿਵ ਪਾਰਟੀ ਤੇ ਨਾਲ ਹੀ ਹੋਰ ਦੂਜੀਆਂ ਪਾਰਟੀਆਂ ਉਹਨਾਂ ਦੇ ਵੱਲੋਂ ਇੱਕ ਮੁੱਦੇ ਤੇ ਸਹਿਮਤੀ ਜ਼ਰੂਰ ਪ੍ਰਗਟਾਈ ਗਈ ਕਿ ਜਿਸ ਤਰ੍ਹਾਂ ਦਾ ਇਸ ਸਮੇਂ ਮਾਹੌਲ ਬਣਿਆ ਹੋਇਆ ਸੀ ਕੋਵਿਡ-19 ਦੇ ਕਰਕੇ, ਜਿੱਥੇ ਇੱਕ ਪਾਸੇ ਦੇਸ਼ ਵਿੱਚ ਲੋਕ ਆਰਥਿਕਤਾ ਦੇ ਨਾਲ ਜੂਝ ਰਹੇ ਸਨ ਕਿ ਮਾੜੀ ਆਰਥਿਕਤਾ ਨਾਲ ਉਹ ਜੂਝ ਰਹੇ ਸੀ, ਤਾਂ ਦੂਜੇ ਪਾਸੇ ਜਿਵੇਂ ਕਿ ਅਫਗਾਨਿਸਤਾਨ ਤੋਂ ਕੈਨੇਡਾ ਵਾਸੀ ਤੇ ਨਾਲ ਹੀ ਔਰਤਾਂ ਤੇ ਬੱਚਿਆਂ ਦੀ ਮਦਦ ਦੇ ਵਾਸਤੇ ਕਦਮ ਚੁੱਕੇ ਜਾਣ ਦਾ ਸਮਾਂ ਸੀ, ਤਾਂ ਜਸਟਿਨ ਟਰੂਡੋ ਨੇ ਸਿਰਫ ਆਪਣੇ ਬਾਰੇ ਸੋਚਦੇ ਹੋਏ ਚੋਣਾਂ ਦਾ ਐਲਾਨ ਕਰ ਦਿੱਤਾ। ਤਾਂ ਉਧਰ ਨਾਲ ਹੀ ਖਾਸ ਤੌਰ ਦੇ ਉੱਤੇ ਕਲਾਈਮੇਟ ਚੇਂਜ, ਵਾਤਾਵਰਣ ਦੇ ਮੁੱਦੇ ਦੇ ਉੱਤੇ ਵੀ ਕਾਫੀ ਜ਼ਿਆਦਾ ਬਹਿਸ ਸਾਰੀਆਂ ਪਾਰਟੀਆਂ ਦੇ ਦਰਮਿਆਨ ਹੋਈ। ਵਾਤਾਵਰਣ ਦੇ ਮੁੱਦੇ ਤੋਂ ਬਾਅਦ ਮੂਲ ਨਿਵਾਸੀਆਂ ਦੇ ਹੱਕਾਂ ਦਾ ਜ਼ਿਕਰ ਹੋਇਆ ਜਿਸ ਦੇ ਵਿੱਚ ਸਾਰੇ ਹੀ ਪਾਰਟੀ ਲੀਡਰਾਂ ਦੇ ਵੱਲੋਂ ਜਸਟਿਨ ਟਰੂਡੋ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਵਿੱਚ ਸਵਾਲ ਕੀਤੇ ਗਏ ਕਿ ਜਸਟਿਨ ਟਰੂਡੋ ਨੇ 6 ਸਾਲ ਤੋਂ ਕੀ ਕੀਤਾ ਹੈ, ਕਿ ਕੀ ਅਜਿਹੇ ਕਦਮ ਚੁੱਕੇ ਗਏ ਨੇ ਕਿ ਮੂਲ ਨਿਵਾਸੀਆਂ ਤੇ ਨਾਲ ਹੀ ਫੈਡਰਲ ਸਰਕਾਰ ਦੇ ਦਰਮਿਆਨ ਦੇ ਸਬੰਧਾਂ ਨੂੰ ਵਧੀਆ ਬਣਾਇਆ ਜਾ ਸਕੇ, ਆਰਥਿਕਤਾ ਨੂੰ ਕਿਵੇਂ ਮੁੜ ਤੋਂ ਲੀਹ ਤੇ ਲਿਆਇਆ ਜਾਣਾ ਹੈ। ਇਸ ਨੂੰ ਲੈ ਕੇ ਵੀ ਵੱਖੋ ਵੱਖਰੇ ਮੁੱਦਿਆਂ ਦੇ ਉੱਤੇ ਇਸ ਸਮੇਂ ਬਹਿਸ ਹੋਈ ਜਿਸ ਦੇ ਵਿੱਚ ਜਗਮੀਤ ਸਿੰਘ ਨੂੰ ਇਸ ਸਮੇਂ ਇੱਕ ਸਵਾਲ ਪੁੱਛਿਆ ਗਿਆ, ਜਿਵੇਂ ਕਿ ਜਗਮੀਤ ਸਿੰਘ ਦੇ ਵੱਲੋਂ ਕਾਫੀ ਵੱਡੇ ਵਾਅਦੇ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਡੈਂਟਲ ਦੇ ਵਾਸਤੇ ਵੀ ਕਿ ਜਿਨ੍ਹਾਂ ਦੀ ਘੱਟ ਕਮਾਈ ਹੁੰਦੀ ਹੈ ਸਾਲਾਨਾ ਉਹਨਾਂ ਪਰਿਵਾਰਾਂ ਨੂੰ ਡੈਂਟਲ ਸਰਵਿਸ ਹੈ ਜਿਹੜੀ ਉਹ ਮੁਫਤ ਦੇ ਵਿੱਚ ਹੋਵੇਗੀ, ਕਿ ਡੈਂਟਲ ਦੰਦਾਂ ਦਾ ਇਲਾਜ ਮੁਫਤ ਵਿੱਚ ਹੋਵੇਗਾ ਤੇ ਨਾਲ ਹੀ ਜਿਹੜੇ ਵੱਡੇ ਵਪਾਰ ਨੇ ਉਹਨਾਂ ਦੇ ਉੱਤੇ ਟੈਕਸ ਲਗਾਇਆ ਜਾਵੇਗਾ ਤੇ ਜਿਹੜੇ ਛੋਟੇ ਵਪਾਰ ਨੇ ਉਹਨਾਂ ਦੇ ਉੱਤੇ ਟੈਕਸ ਨੂੰ ਘੱਟ ਕੀਤਾ ਜਾਵੇਗਾ। ਇਸ ਨੂੰ ਲੈ ਕੇ ਜਗਮੀਤ ਸਿੰਘ ਦੇ ਵੱਲੋਂ ਹੋਰ ਜ਼ਿਆਦਾ ਮਦਦ ਦੇ ਬਾਰੇ ਜੋ ਵਾਅਦੇ ਕੀਤੇ ਗਏ ਨੇ ਹਾਊਸਿੰਗ ਦੇ ਵਿੱਚ ਵੀ ਤੇ ਸਿਹਤ ਸੇਵਾਵਾਂ ਸੰਬੰਧੀ ਵੀ, ਉਸ ਦੇ ਵਿੱਚ ਕਿਹਾ ਗਿਆ ਕਿ ਉਹ ਇੰਨਾ ਜ਼ਿਆਦਾ ਪੈਸਾ ਕਿੱਥੋਂ ਲੈ ਕੇ ਆਉਣਗੇ ਕਿ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਵਾਸਤੇ ਵਿੱਤੀ ਪੱਧਰ ਦੇ ਉੱਤੇ ਕਿਸ ਤਰ੍ਹਾਂ ਪੈਸਾ ਮੁਹੱਈਆ ਕਰਵਾਇਆ ਜਾਵੇਗਾ, ਇਹ ਸਵਾਲ ਪੁੱਛਿਆ ਗਿਆ। ਇਸ ਦੇ ਨਾਲ ਹੀ ਸਿਹਤ ਸੇਵਾਵਾਂ ਸੰਬੰਧੀ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਇਸ ਬਹਿਸ ਦੇ ਦੌਰਾਨ ਤੇ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਸਾਧੇ ਗਏ ਫੈਡਰਲ ਲੀਡਰਸ ਦੇ ਵੱਲੋਂ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਦੇ ਹਾਂ। ਅਗਲੀ ਖਬਰ ਓਨਟਾਰੀਓ ਤੋਂ ਹੈ ਜਿੱਥੇ ਕਿ ਇੱਕ ਪਾਸੇ ਕੈਨੇਡਾ ਭਰ ਵਿੱਚ ਵਿਦਿਆਰਥੀ ਸਕੂਲਾਂ ਦੇ ਵਿੱਚ ਜਾਣੇ ਸ਼ੁਰੂ ਹੋ ਗਏ ਨੇ ਤਾਂ ਨਾਲ ਹੀ ਓਨਟਾਰੀਓ ਦੇ ਕਈ ਹਿੱਸਿਆਂ ਦੇ ਵਿੱਚ ਸਕੂਲ ਬੱਸਾਂ ਦੇ ਡਰਾਈਵਰਾਂ ਦੀ ਕਮੀ ਦੇ ਕਰਕੇ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰਿਵਾਰਾਂ ਨੂੰ। ਪਿਛਲੇ ਸਾਲ ਅਪ੍ਰੈਲ ਮਹੀਨੇ ਤੋਂ ਬਾਅਦ ਹੁਣ ਵਿਦਿਆਰਥੀ ਸਕੂਲਾਂ ਦੇ ਵਿੱਚ ਜਾਣ ਲੱਗੇ ਨੇ। ਓਨਟਾਰੀਓ ਦੇ ਵਿੱਚ ਕਈ ਥਾਵਾਂ ਦੇ ਉੱਤੇ ਲਗਾਤਾਰ ਇਸ ਸਮੇਂ ਡਰਾਈਵਰਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਕੂਲ ਬੱਸਾਂ ਦੇ ਵਾਸਤੇ, ਜਿਸ ਕਰਕੇ ਵਿਦਿਆਰਥੀਆਂ ਕੋਲ ਸਮੇਂ ਸਿਰ ਬੱਸਾਂ ਜਾਂ ਤਾਂ ਪਹੁੰਚ ਨਹੀਂ ਸਕੀਆਂ ਜਾਂ ਫਿਰ ਪਹੁੰਚੀਆਂ ਹੀ ਨਹੀਂ। ਜਿਸ ਦੇ ਬਾਰੇ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਸਕੂਲ ਬੱਸ ਓਨਟਾਰੀਓ ਇਹ ਸੰਸਥਾ ਹੈ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ 199 ਬੱਸਾਂ ਦੇਰੀ ਦੇ ਨਾਲ ਪਹੁੰਚੀਆਂ ਯਾਰਕ ਖੇਤਰ ਦੇ ਵਿੱਚ ਹੀ ਵੀਰਵਾਰ ਦੇ ਦਿਨ, ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਵਿਦਿਆਰਥੀਆਂ ਨੂੰ 60 ਤੋਂ 90 ਮਿੰਟ ਤੱਕ ਵੀ ਉਡੀਕ ਕਰਨੀ ਪਈ ਹੈ ਬੱਸਾਂ ਦੇ ਵਿੱਚ ਜੋ ਦੇਰੀ ਹੋਈ ਹੈ। ਜਿਸ ਦੇ ਵਿੱਚ ਐਸੋਸੀਏਸ਼ਨ ਨੇ ਇੱਕ ਹੋਰ ਜਾਣਕਾਰੀ ਦਿੱਤੀ ਹੈ ਕਿ ਦਰਜਨਾਂ ਦੇ ਕਰੀਬ ਕੁਝ ਇਸੇ ਤਰ੍ਹਾਂ
ਬੱਸਾਂ ਦੇਰੀ ਨਾਲ ਪਹੁੰਚੀਆਂ। ਹੈਮਿਲਟਨ ਤੋਂ ਵੀ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਪਿੱਛੇ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਜਿਵੇਂ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤਾਂ ਇਸ ਸਮੇਂ ਡਰਾਈਵਰ ਇੱਕਦਮ ਕੰਮ ਦੇ ਉੱਤੇ ਰੱਖਣੇ ਪਏ ਬੱਸਾਂ ਦੇ ਵਾਸਤੇ, ਤੇ ਇਸ ਸਮੇਂ ਡਰਾਈਵਰਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਨੇ ਉਹ, ਤੇ ਸਕੂਲ ਬੱਸਾਂ ਦੇ ਲਈ ਡਰਾਈਵਰਾਂ ਦੀ ਕਮੀ ਹੋਣ ਦੇ ਕਰਕੇ ਬੱਸਾਂ ਸਮੇਂ ਸਿਰ ਨਹੀਂ ਪਹੁੰਚ ਸਕੀਆਂ। ਤੇ ਕਈ ਥਾਵਾਂ ਤੋਂ ਮਾਪਿਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ ਦੇ ਉੱਤੇ ਵੀ ਪੋਸਟ ਸਾਂਝੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਲੈਣ ਦੇ ਵਾਸਤੇ ਸਕੂਲ ਬੱਸਾਂ ਆਈਆਂ ਹੀ ਨਹੀਂ, ਜਿਸ ਤੋਂ ਬਾਅਦ ਉਹਨਾਂ ਨੂੰ ਆਪ ਬੱਚਿਆਂ ਨੂੰ ਸਕੂਲ ਪਹੁੰਚਾਉਣਾ ਪਿਆ, ਜਿਸ ਦੇ ਵਿੱਚ ਕਈਆਂ ਨੂੰ 2 ਤੋਂ 3 ਕਿਲੋਮੀਟਰ ਦੀ ਦੂਰੀ ਤੱਕ ਤੁਰ ਕੇ ਵੀ ਬੱਚਿਆਂ ਨੂੰ ਸਕੂਲ ਲਿਜਾਣਾ ਪਿਆ, ਜੋ ਕਿ ਇੱਕ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ। ਸਕੂਲ ਬੱਸ ਓਨਟਾਰੀਓ ਐਸੋਸੀਏਸ਼ਨ ਦੇ ਵੱਲੋਂ ਕਿਹਾ ਗਿਆ ਕਿ ਉਹ ਕਦਮ ਵੀ ਚੁੱਕ ਰਹੇ ਨੇ, ਤੇ ਨਾਲ ਹੀ ਜਿਹੜੇ ਵੀ ਖੇਤਰ ਦੇ ਵਿੱਚ ਇਹ ਦਿੱਕਤ ਆ ਰਹੀ ਹੈ ਉੱਥੋਂ ਦੇ ਅਧਿਕਾਰੀਆਂ ਦੇ ਵੱਲੋਂ ਵੀ ਡਰਾਈਵਰਸ ਨੂੰ ਕੰਮ ਦੇ ਉੱਤੇ ਰੱਖਣ ਦੇ ਲਈ ਹੋਰ ਜ਼ਿਆਦਾ ਗਿਣਤੀ ਵਿੱਚ ਭਰਤੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਅਗਲੀ ਖਬਰ ਬਰੈਂਪਟਨ ਤੋਂ ਹੈ, ਜਿੱਥੇ ਕਿ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀ ਸੀਮਾ ਸੀ, ਜਿੱਥੇ ਸਕੂਲ ਜ਼ੋਨ ਦੇ ਵਿੱਚ ਉੱਥੇ ਇੱਕ ਡਰਾਈਵਰ 129 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਬਰੈਂਪਟਨ ਦੇ ਵਿੱਚ 2 ਸਕੂਲ ਜ਼ੋਨਸ ਦੇ ਵਿੱਚੋਂ ਇੱਕ ਡਰਾਈਵਰ ਇੰਨੀ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਲੰਘਿਆ ਕਿ ਉਸ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ। 36 ਸਾਲ ਉਸ ਦੀ ਉਮਰ ਹੈ। ਇਸ ਦੌਰਾਨ ਜਿਵੇਂ ਕਿ ਵਿਦਿਆਰਥੀ ਸਕੂਲਾਂ ਦੇ ਵਿੱਚ ਜਾ ਰਹੇ ਨੇ ਤਾਂ ਸਕੂਲਾਂ ਦੇ ਬਾਹਰ ਜੋ ਸਾਈਨ ਬੋਰਡ ਲੱਗੇ ਹੋਏ ਨੇ ਸੜਕੀ ਨਿਯਮਾਂ ਦੀ ਪਾਲਣਾ ਕਰਨ ਦੇ ਵਾਸਤੇ ਉਸ ਮੁਤਾਬਕ ਕਿਹਾ ਜਾ ਰਿਹਾ ਹੈ, ਪਰ ਇਹ ਡਰਾਈਵਰ ਵੀਰਵਾਰ ਦੀ ਸਵੇਰ ਨੂੰ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਜਿੱਥੇ ਹੋਣੀ ਚਾਹੀਦੀ ਹੈ ਉੱਥੇ 129 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਿਹਾ ਸੀ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਵੇਂ ਕਿ ਉਸ ਦੀ ਉਮਰ 36 ਸਾਲ ਹੈ ਤੇ ਉਹ ਔਰੰਜਵਿਲ ਦਾ ਰਹਿਣ ਵਾਲਾ ਹੈ, ਜਿਸ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੇ ਵਿੱਚ ਖਤਰਨਾਕ ਡਰਾਈਵਿੰਗ ਕਰਨ ਦਾ ਮਾਮਲਾ ਵੀ ਦਰਜ ਹੈ ਤੇ ਨਾਲ ਹੀ ਹਾਈਵੇ ਟ੍ਰੈਫਿਕ ਐਕਟ ਦੀ ਉਲੰਘਣਾ ਕੀਤੇ ਜਾਣ, ਤੇਜ਼ ਰਫ਼ਤਾਰ ਤੇ ਨਾਲ ਹੀ ਸਟੰਟ ਡਰਾਈਵਿੰਗ ਕਰਨ ਦੇ ਮਾਮਲੇ ਵੀ ਦਰਜ ਕੀਤੇ ਗਏ ਨੇ। ਇਸ ਸਮੇਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਵਿਦਿਆਰਥੀ ਹੁਣ ਸਕੂਲਾਂ ਵਿੱਚ ਜਾ ਰਹੇ ਨੇ ਤੇ ਉਹਨਾਂ ਦੀ ਸੁਰੱਖਿਆ ਨੂੰ ਸਥਾਈ ਬਣਾਉਣ ਦੇ ਉੱਤੇ ਉਹ ਲਗਾਤਾਰ ਕੰਮ ਕਰ ਰਹੇ ਨੇ, ਪਰ ਅਜਿਹੇ ਵਿੱਚ ਜੇਕਰ ਕਿਸੇ ਦੇ ਵੱਲੋਂ ਵੀ ਸੜਕੀ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਹੀ ਉਸ ਡਰਾਈਵਰ ਨੂੰ ਕਾਬੂ ਕੀਤਾ ਗਿਆ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਤੇ ਉਸ ਦਾ ਵਾਹਨ ਵੀ ਸੀਜ਼ ਕਰ ਲਿਆ ਗਿਆ, ਜਿਸ ਦੀ ਕਿ ਹੁਣ ਦਸੰਬਰ 6 ਦੇ ਦਿਨ ਅਦਾਲਤ ਵਿੱਚ ਪੇਸ਼ੀ ਹੋਵੇਗੀ। ਹੁਣ ਜਾਣਕਾਰੀ ਉਸ ਮਾਮਲੇ ਦੇ ਬਾਰੇ ਜੋ ਨਿਊ ਵੈਸਟਮਿੰਸਟਰ ਤੋਂ ਇੱਕ ਫਰਾਡ ਦਾ ਮਾਮਲਾ ਸਾਹਮਣੇ ਆਇਆ ਸੀ। ਤੁਹਾਨੂੰ ਦੱਸਦੇ ਹਾਂ ਕੀ ਸੀ ਮਾਮਲਾ ਤੇ ਕਿਸ ਨੂੰ ਇਸ ਦੇ ਵਿੱਚ ਦੋਸ਼ੀ ਐਲਾਨ ਦਿੱਤਾ ਗਿਆ। ਵੀਰਵਾਰ ਦੇ ਦਿਨ ਨਿਊ ਵੈਸਟਮਿੰਸਟਰ ਤੋਂ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਬੀਨਾ ਖਾਨ ਨੂੰ ਦੋਸ਼ੀ ਪਾਇਆ ਗਿਆ ਹੈ, ਜਿਸ ਦੇ ਉੱਤੇ ਫਰਾਡ ਦੇ ਮਾਮਲੇ ਦਰਜ ਹੋਏ ਨੇ। $5000 ਤੋਂ ਵੱਧ ਦਾ ਫਰਾਡ ਕੀਤੇ ਜਾਣ ਨਾਲ ਸੰਬੰਧਿਤ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਿਊ ਵੈਸਟਮਿੰਸਟਰ ਦੇ ਵਿੱਚ ਫਰਾਡ ਦੇ ਨਾਲ ਜੁੜੀ ਹੋਈ ਇਹ ਜਾਂਚ ਜੋ ਚੱਲ ਰਹੀ ਸੀ। ਸਤੰਬਰ 2018 ਤੋਂ ਇਹ ਜਾਂਚ ਸ਼ੁਰੂ ਹੋਈ ਸੀ, ਜਿਸ ਦੇ ਵਿੱਚ ਇੱਕ ਮੈਡੀਕਲ ਆਫਿਸ ਦੇ ਵਿੱਚ ਜੋ ਕਿ ਸਿਟੀ ਦਾ ਮੈਡੀਕਲ ਆਫਿਸ ਸੀ, ਉਸ ਦੇ ਵਿੱਚ ਫਰਾਡ ਹੋਣ ਦੇ ਬਾਰੇ ਨਿਊ ਵੈਸਟਮਿੰਸਟਰ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ, ਜਿਸ ਦੇ ਵਿੱਚ ਪਾਇਆ ਗਿਆ ਕਿ $1,30,000 ਤੱਕ ਪੈਸਿਆਂ ਦੀ ਚੋਰੀ ਕੀਤੀ ਗਈ ਸੀ। ਜਦੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਤਾਂ ਉਸ ਦੇ ਵਿੱਚ ਜਾਲੀ ਦਸਤਾਵੇਜ਼, ਚੋਰੀ ਦਾ ਸਮਾਨ ਤੇ ਨਾਲ ਹੀ ਕ੍ਰੈਡਿਟ ਕਾਰਡ ਵੀ ਕਈ ਪਾਏ ਗਏ, ਜਿਸ ਬਾਰੇ ਨਿਊ ਵੈਸਟਮਿੰਸਟਰ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਤੇ ਉਸ ਤੋਂ ਬਾਅਦ ਸਬੀਨਾ ਖਾਨ ਦੇ ਉੱਤੇ ਇਸ ਸੰਬੰਧੀ ਮਾਮਲੇ ਦਰਜ ਹੋਏ, ਜਿਸ ਨੂੰ ਕਿ ਹੁਣ ਇਹਨਾਂ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਹੈ। ਇਸ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪੁਰਨੀਤ ਕੌਰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।